ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਤੁਹਾਡੇ ਆਪਣੇ YouTube ਚੈਨਲ ਜਾਣੀ ਕਿ ਰੇਸ ਅਕੈਡਮੀ ਅਫੀਸ਼ੀਅਲ 'ਤੇ ਜੀ। ਸੋ ਦੋਸਤੋ, ਅੱਜ ਤਰੀਕ ਹੈ ਜੀ 14 ਜਨਵਰੀ। ਸੋ ਜਿੰਨੀਆਂ ਵੀ ਆਪਣੀਆਂ 13 ਅਤੇ 14 ਜਨਵਰੀ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਹੋਣਗੀਆਂ, ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਇਸ ਕਲਾਸ ਵਿੱਚ ਕਵਰ ਕਰਾਂਗੇ ਜੀ। ਸੋ ਜਿਹੜੀਆਂ ਕਿ ਆਉਣ ਵਾਲੇ ਐਗਜ਼ਾਮ ਲਈ ਅਗਰ ਆਪਾਂ ਗੱਲ ਕਰੀਏ ਤਾਂ ਬਸ ਹੁਣ ਆਪਣਾ ਆਹੀ ਟਾਈਮ ਹੈ ਜੀ। 2 ਤੋਂ 3 ਮਹੀਨੇ ਤੱਕ ਆਪਣੇ ਜਿੰਨੇ ਵੀ ਨੋਟੀਫਿਕੇਸ਼ਨ ਨੇ ਸਾਰੇ ਹੁਣ ਅਨਾਊਂਸ ਕਰ ਦਿੱਤੇ ਜਾਣਗੇ। ਸੋ ਆਪਣੀ ਤਿਆਰੀ ਤੁਸੀਂ ਹੁਣ ਵਧੀਆ ਤਰੀਕੇ ਨਾਲ ਰੱਖੋ ਔਰ ਤੁਹਾਡੀ ਤਿਆਰੀ ਨੂੰ ਬਿਹਤਰ ਕਰਨ ਲਈ ਹੀ ਇਹ ਕਰੰਟ ਅਫੇਅਰ ਕਲਾਸ ਆਪਾਂ ਸ਼ੁਰੂ ਕੀਤੀ ਹੈਗੀ। ਲਗਭਗ ਆਪਾਂ ਗੱਲ ਕਰੀਏ ਤਾਂ ਇੱਕ ਦਿਨ ਛੱਡ ਕੇ ਆਪਣੀ ਕਲਾਸ ਹੁੰਦੀ ਹੈ ਔਰ ਜਿਹਦੇ ਵਿੱਚ ਕਿ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਕਵਰ ਕਰ ਦਿਆਂਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਊਗਾ ਅਗਰ ਤੁਸੀਂ ਰੈਗੂਲਰ ਅਟੈਂਡ ਕਰਦੇ ਹੋ ਕਲਾਸ। ਸੋ ਇਸ ਕਲਾਸ ਨੂੰ ਤੁਸੀਂ ਜ਼ਰੂਰ ਵਾਚ ਕਰਿਆ ਕਰੋ ਔਰ ਸ਼ੇਅਰ ਵੀ ਕਰਿਆ ਕਰੋ। ਵੈਸੇ ਮੈਂ ਘੱਟ ਹੀ ਕਰਾਂ ਉਹਨਾਂ ਲਾਈਕ ਐਂਡ ਸ਼ੇਅਰ ਕਰਿਆ ਕਰੋ, ਤੁਸੀਂ ਆਪ ਹੀ ਕਰ ਦਿੰਦੇ ਹੋਗੇ। ਸੋ ਵੀ ਬੜੀ ਚੰਗੀ ਗੱਲ ਹੈਗੀ। ਤੋ ਕਲਾਸ ਨੂੰ ਤੁਸੀਂ ਆਪ ਹੀ ਸ਼ੇਅਰ ਔਰ ਲਾਈਕ ਕਰ ਦਿਆ ਕਰੋ ਆਪਣੀ ਜ਼ਿੰਮੇਵਾਰੀ ਸਮਝ ਕੇ, ਠੀਕ ਹੈ ਨਾ। ਬਾਕੀ ਕੰਮ ਆਪਣਾ ਗਾ ਔਰ ਆਪਣੇ ਵੱਲੋਂ ਆਪਾਂ 100% ਤੁਹਾਨੂੰ ਵਧੀਆ ਤਰੀਕੇ ਨਾਲ ਜਿਹੜੀ ਕਰੰਟ ਅਫੇਅਰ ਹੈ ਇਸ ਕਲਾਸ ਵਿੱਚ ਕਵਰ ਕਰਾਉਣ ਦੀ ਕੋਸ਼ਿਸ਼ ਕਰ ਦਿਆਂਗੇ। ਨਾਲ ਜਿੰਨੇ ਵੀ ਸਟੈਟਿਕ ਫੈਕਟ ਬਣਦੇ ਨੇਗੇ ਤਾਂ ਉਹ ਵੀ ਆਪਾਂ ਨਾਲ ਕਵਰ ਕਰ ਦਿਆਂਗੇ, ਠੀਕ ਹੈ ਨਾ। ਸੋ ਬਿਨਾਂ ਗੱਲਾਂ ਕਰਦੇ ਹੋਏ ਜੀ, ਹੁਣ ਦੇਰੀ ਕਰਦੇ ਹੋਏ ਆਪਾਂ ਕਲਾਸ ਸ਼ੁਰੂ ਕਰ ਦਿਆਂਗੇ। ਕੰਮ ਦੀ ਗੱਲ ਕਰਦੇ ਹਾਂ ਆਪਣੀ। ਸਭ ਤੋਂ ਫਸਟ ਕੁਐਸਚਨ ਆਪਣਾ ਕਹਿੰਦੇ ਜੀ RBI ਹੈਜ਼ ਕੈਂਸਲਡ ਦੀ ਲਾਇਸੈਂਸ ਆਫ ਵਿਚ ਬੈਂਕ। ਦੇਖੋ ਜੀ, ਕਹਿੰਦੇ RBI ਨੇ ਕਿਸ ਬੈਂਕ ਦਾ ਜਿਹੜਾ ਲਾਇਸੈਂਸ ਹੈ ਉਹਨੂੰ ਹੁਣ ਰੱਦ ਕਰ ਦਿੱਤਾ ਗਾ। ਅਤੇ ਇੰਪੋਰਟੈਂਟ ਪ੍ਰਸ਼ਨ ਰਹੇਗਾ ਜੀ ਆਪਣੇ ਲਈ। ਔਰ ਜਿਹੜਾ ਇਹ ਬੈਂਕ ਹੈਗਾ ਆਪਸ਼ਨ ਨੰਬਰ C ਆਪਣਾ ਬਿਲਕੁਲ ਰਾਈਟ ਆਨਸਰ ਹੈ ਜੀ। ਬੰਸਦਾਦਾ ਨਗਰੀ ਕੋਆਪਰੇਟਿਵ ਬੈਂਕ ਇਹਦਾ ਨਾਂ ਜੀ। ਅਗਰ ਆਪਾਂ ਬੈਂਕ ਦੀ ਗੱਲ ਕਰੀਏ ਤਾਂ ਇਸ ਬੈਂਕ ਦਾ ਜਿਹੜਾ ਲਾਇਸੈਂਸ ਹੈ RBI ਦੇ ਦੁਆਰਾ ਹੁਣ ਕੀ ਆ ਰੱਦ ਕਰ ਦਿੱਤਾ ਗਿਆ ਗਾ। ਬਾਕੀ ਅਗਰ ਆਪਾਂ ਬੰਸਦਾਦਾ ਨਗਰੀ ਕੋਆਪਰੇਟਿਵ ਬੈਂਕ ਦੀ ਗੱਲ ਕਰੀਏ ਤਾਂ ਇਹ ਮਹਾਰਾਸ਼ਟਰ ਦੇ ਉਸਮਾਨਾਬਾਦ ਸ਼ਹਿਰ ਦੇ ਵਿੱਚ ਕੀ ਸਥਿਤ ਹੈਗਾ ਸੀਗਾ ਔਰ ਇਸ ਦਾ ਲਾਇਸੈਂਸ RBI ਨੇ ਰੱਦ ਕਰ ਦਿੱਤਾ। ਦੇਖੋ, ਅਗਰ ਆਪਾਂ ਗੱਲ ਕਰੀਏ ਨਾ ਵੀ RBI ਲਾਇਸੈਂਸ ਕਿਉਂ ਰੱਦ ਕਰ ਦਿੰਦਾ, ਅਗਰ ਕੋਈ ਵੀ ਬੈਂਕ ਮਤਲਬ ਲੋਸ ਵਿੱਚ ਜਾਂਦਾ ਹੋਵੇ ਜਾਂ ਫਿਰ RBI ਨੂੰ ਲੱਗਦਾ ਵੀ ਜਿਹੜੇ ਉਸ ਬੈਂਕ ਦੇ ਗਾਹਕ ਨੇਗੇ, ਠੀਕ ਹੈ ਨਾ, ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਹੋ ਸਕਦਾ ਉਸ ਬੈਂਕ ਕਰਕੇ, ਉਹਨਾਂ ਦਾ ਪੈਸਾ ਡੁੱਬਣ ਦਾ ਕੀ ਖਤਰਾ ਹੁੰਦਾ ਗਾ, ਤਾਂ ਉਹਨਾਂ ਬੈਂਕਸ ਦੇ ਕੀ ਨੇਗੇ ਹੁਣ ਲਾਇਸੈਂਸ RBI ਕੀ ਆ ਰੱਦ ਕਰ ਸਕਦਾ ਹੁੰਦਾ ਗਾ। ਔਰ ਇਸੇ ਤਰੀਕੇ ਨਾਲ ਤੁਹਾਨੂੰ ਮੈਂ ਰਿਵਾਈਜ਼ ਕਰਾਉਣਾ ਗਾ। ਹਾਲ ਹੀ ਦੇ ਵਿੱਚ ਰੀਸੈਂਟਲੀ ਆਪਾਂ ਨੇ ਪੜ੍ਹਿਆ ਵੀ ਸੀਗਾ, ਇੱਕ ਬੈਂਕ ਸੀ ਸੁਭਦਰਾ ਲੋਕਲ ਏਰੀਆ ਬੈਂਕ, ਮਹਾਰਾਸ਼ਟਰ ਦਾ ਹੀ ਬੈਂਕ ਸੀਗਾ। ਉਹਦਾ ਵੀ ਲਾਇਸੈਂਸ ਕੀ ਹੈ RBI ਦੇ ਦੁਆਰਾ ਕੀ ਹੈ ਰੱਦ ਕੀਤਾ ਗਿਆ ਸੀਗਾ। ਤਾਂ ਤੁਸੀਂ ਸੁਭਦਰਾ ਲੋਕਲ ਏਰੀਆ ਬੈਂਕ ਦਾ ਨਾਮ ਵੀ ਯਾਦ ਰੱਖਣਾ। ਔਰ ਇਸੇ ਤਰੀਕੇ ਨਾਲ ਇੱਕ ਹੋਰ ਬੈਂਕ ਸੀਗਾ ਜਿਹਦਾ ਅਸੀਂ ਕਰਾੜ ਜਨਤਾ ਸਹਿਕਾਰੀ ਬੈਂਕ, ਇਸ ਬੈਂਕ ਦਾ ਵੀ ਜਿਹੜਾ ਲਾਇਸੈਂਸ ਹੈ ਰੱਦ ਕੀਤਾ ਗਿਆ ਸੀ RBI ਦੇ ਦੁਆਰਾ। ਤਾਂ ਇਹ 3 ਬੈਂਕ ਹੋ ਗਏ ਨੇ ਜਿਨ੍ਹਾਂ ਦਾ ਰੀਸੈਂਟ ਵਿੱਚ ਕੀ ਹੈ ਹੁਣ ਲਾਇਸੈਂਸ ਰੱਦ ਹੋਇਆਗਾ। ਤਿੰਨਾਂ ਦੇ ਨਾਮ ਇੰਪੋਰਟੈਂਟ ਰਹਿਣਗੇ ਔਰ ਤਿੰਨਾਂ ਬਾਰੇ ਹੀ ਧਿਆਨ ਵਿੱਚ ਰੱਖਣਾ, ਠੀਕ ਹੈ ਨਾ। ਬਾਕੀ ਗੱਲ RBI ਦੀ ਵੀ ਆਈ ਹੈ ਤਾਂ RBI ਬਾਰੇ ਗੱਲਬਾਤ ਕਰ ਲੈਂਦੇ ਹਾਂ ਜੀ। RBI ਦਾ ਪੂਰਾ ਨਾਮ ਹੁੰਦਾ ਰਿਜ਼ਰਵ ਬੈਂਕ ਆਫ ਇੰਡੀਆ। ਆਪਣੇ ਭਾਰਤ ਦਾ ਕੇਂਦਰੀ ਬੈਂਕ ਹੈਗਾ ਇਹ। ਔਰ ਇਹਦੀ RBI ਦੀ ਸਥਾਪਨਾ ਦੀ ਮੈਂ ਗੱਲ ਕਰਾਂ 1 ਅਪ੍ਰੈਲ 1935 ਨੂੰ ਕਿ ਇਹਦੀ ਸਥਾਪਨਾ ਹੋਈ ਸੀਗੀ ਜੀ। ਔਰ ਇਹਦਾ ਮੁੱਖ ਦਫ਼ਤਰ ਦੀ ਮੈਂ ਗੱਲ ਕਰਾਂ ਮੁੰਬਈ ਸ਼ਹਿਰ ਵਿੱਚ ਹੈ। ਔਰ ਇਹਦੇ ਗਵਰਨਰ ਹੈਗੇ ਨੇ ਐਟ ਪ੍ਰੈਜ਼ੈਂਟ ਸ਼ਕਤੀਕਾਂਤ ਦਾਸ ਸਾਹਿਬ ਹੈਗੇ ਨੇ, ਠੀਕ ਹੈ ਨਾ। ਤਾਂ ਇਹ ਸੁਣਨੇ ਯਾਦ ਰੱਖਣਾ। ਸੋ ਗੱਲ ਕਰਦੇ ਨੈਕਸਟ ਕੁਐਸਚਨ ਬਾਰੇ ਜੀ। ਵਿਚ ਕੰਟਰੀ ਹੈਜ਼ ਅਨਾਊਂਸਡ ਦੀ ਲਾਂਚ ਆਫ ਜ਼ੀਰੋ ਰੋਡਸ ਜ਼ੀਰੋ ਕਾਰਸ ਐਂਡ ਜ਼ੀਰੋ ਕਾਰਬਨ ਅਮਿਸ਼ਨ ਸਿਟੀਜ਼। ਦੇਖੋ ਜੀ, ਕਹਿੰਦੇ ਕਿਹੜੇ ਦੇਸ਼ ਨੇ ਜ਼ੀਰੋ ਰੋਡ ਜ਼ੀਰੋ ਕਾਰਾਂ ਅਤੇ ਜ਼ੀਰੋ ਕਾਰਬਨ ਨਿਕਾਸ ਸ਼ਹਿਰਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਾ। ਤਾਂ ਇਸ ਤਰੀਕੇ ਦਾ ਹੁਣ ਇੱਕ ਸ਼ਹਿਰ ਬਣਾਇਆ ਜਾਏਗਾ ਜੀ ਸਾਊਦੀ ਅਰਬ ਕੰਟਰੀ ਦੇ ਵੱਲੋਂ। ਸਾਊਦੀ ਅਰਬ ਕੰਟਰੀ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਇਕੋ ਸ਼ਹਿਰ ਹੋਏਗਾ, ਇਕੋ ਸਿਟੀ ਹੋਏਗੀ ਔਰ ਜਿਹਦਾ ਨਿਰਮਾਣ ਕੀਤਾ ਜਾਏਗਾ ਸਾਊਦੀ ਅਰਬ ਵਿੱਚ। ਇੱਕ ਇੰਪੋਰਟੈਂਟ ਪ੍ਰਸ਼ਨ ਹੈ, ਧਿਆਨ ਵਿੱਚ ਰੱਖਣਾ। ਔਰ ਸਾਊਦੀ ਅਰਬ ਵੱਲੋਂ ਕਿਹਾ ਗਿਆ ਵੀ ਜਿਹੜਾ ਇਹ ਸ਼ਹਿਰ ਅਸੀਂ ਬਣਾਵਾਂਗੇ 170 ਕਿਲੋਮੀਟਰ ਲੰਮਾ ਇਹ ਸ਼ਹਿਰ ਹੋਏਗਾ ਔਰ ਇਸ ਸ਼ਹਿਰ ਦਾ ਨਾਮ ਹੋਏਗਾ ਦੀ ਲਾਈਨ, ਠੀਕ ਹੈ ਨਾ। ਦੀ ਲਾਈਨ ਇਸ ਸ਼ਹਿਰ ਦਾ ਨਾਮ ਹੋਏਗਾ। ਤਾਂ ਤੁਹਾਨੂੰ ਇਹਦਾ ਨਾਮ ਵੀ ਧਿਆਨ ਵਿੱਚ ਰੱਖਣਾ। ਬਾਕੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਖਾਸ ਕੀ ਹੋਏਗਾ, ਇਹ 'ਚ ਦੇਖੋ ਜਿੰਨੀਆਂ ਵੀ ਆਪਣੀਆਂ ਸਹੂਲਤਾਂ ਹੁੰਦੀਆਂ ਜਿਵੇਂ ਕਿ ਸਕੂਲ ਹੋ ਗਿਆ, ਕੋਈ ਵੀ ਕਲੀਨਿਕ ਹੋ ਗਿਆ, ਠੀਕ ਹੈ ਨਾ, ਉਹ ਅਗਰ ਆਪਾਂ ਗੱਲ ਕਰੀਏ ਤਾਂ ਹਰ ਇੱਕ 5-5 ਮਿੰਟ ਦੀ ਦੂਰੀ 'ਤੇ ਬਣਾਇਆ ਜਾਏਗਾ ਇਸ ਸ਼ਹਿਰ ਦੇ ਵਿੱਚ। ਔਰ ਪੂਰੇ ਤਰੀਕੇ ਨਾਲ ਹਰ ਇੱਕ ਸਹੂਲਤ ਵਿੱਚ ਪਰਿਪੱਕ ਜਿਹੜਾ ਸ਼ਹਿਰ ਹੋਵੇਗਾ ਔਰ ਜਿਹੜਾ ਕਿ ਸਾਊਦੀ ਅਰਬ ਵਿੱਚ ਹੋਏਗਾ। ਬਾਕੀ ਅਗਰ ਆਪਾਂ ਗੱਲ ਕਰੀਏ ਟਰਾਂਸਪੋਰਟ ਦੀ ਸ਼ਹਿਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਇੱਕ ਟਰਾਂਸਪੋਰਟ ਦਾ ਵੀ ਪ੍ਰਬੰਧ ਇਸ ਸ਼ਹਿਰ ਵਿੱਚ ਕੀਤਾ ਜਾਏਗਾ। ਔਰ ਜਿਹਦੇ ਵਿੱਚ ਕਿ ਅਗਰ ਆਪਾਂ ਕੋਈ ਕਿਸੇ ਵੀ ਤਰੀਕੇ ਦੀ ਯਾਤਰਾ ਕਰਦੇ ਹਾਂ, ਫੋਰ ਐਗਜ਼ਾਮਪਲ ਜਿਵੇਂ ਤੁਸੀਂ ਟ੍ਰੇਨ 'ਤੇ ਜਾਂਦੇ ਹੋ ਤਾਂ ਵੱਧ ਤੋਂ ਵੱਧ ਤੁਹਾਡਾ ਸਫ਼ਰ ਕੇਵਲ 20 ਮਿੰਟਾਂ ਦਾ ਹੋਏਗਾ, ਠੀਕ ਹੈ ਨਾ। ਔਰ ਇਹ ਇੱਕ ਤਰੀਕੇ ਨਾਲ ਬਿਹਤਰੀਨ ਜਿਹੜਾ ਸ਼ਹਿਰ ਆ ਇਹਦਾ ਨਿਰਮਾਣ ਕਰੇਗਾ ਹੁਣ ਸਾਊਦੀ ਅਰਬ ਔਰ ਇਹਦਾ ਨਾਮ ਹੋਏਗਾ ਦੀ ਲਾਈਨ, ਠੀਕ ਹੈ ਨਾ। ਤਾਂ ਤੁਸੀਂ ਇਹਦੇ ਬਾਰੇ ਯਾਦ ਰੱਖਣਾ, ਇੱਕ ਇੰਪੋਰਟੈਂਟ ਪ੍ਰਸ਼ਨ ਰਹੇਗਾ ਆਪਣੇ ਲਈ। ਬਾਕੀ ਗੱਲ ਸਾਊਦੀ ਅਰਬ ਬਾਰੇ ਕਰ ਲੈਂਦੇ ਹਾਂ ਜੀ। ਸਾਊਦੀ ਅਰਬ ਦੀ ਕੈਪੀਟਲ ਯਾਦ ਰੱਖਣਾ ਜੀ, ਰਿਆਦ ਇੱਥੋਂ ਦੀ ਕੈਪੀਟਲ ਹੈ। ਕਰੰਸੀ ਦੀ ਮੈਂ ਗੱਲ ਕਰਾਂ ਰਿਆਲ ਇੱਥੇ ਕਰੰਸੀ ਚੱਲਦੀ ਹੈ। ਔਰ ਸਾਊਦੀ ਅਰਬ ਦੇ ਤੁਸੀਂ ਕਿੰਗ ਦਾ ਨਾਮ ਯਾਦ ਰੱਖ ਸਕਦੇ ਹੋਗੇ। ਸਾਊਦੀ ਅਰਬ ਦੇ ਕਿੰਗ ਦਾ ਨਾਮ ਹੈਗਾ ਮੁਹੰਮਦ ਬਿਨ ਸਲਮਾਨ ਅਲ ਸਾਊਦ, ਠੀਕ ਹੈ ਨਾ। ਤਾਂ ਇਹਦਾ ਨਾਮ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਸਾਊਦੀ ਅਰਬ ਨਾਲ ਫੈਕਟ ਯਾਦ ਰੱਖ ਸਕਦੇ ਹੋ। ਦੇਖੋ ਆਪਾਂ ਨੇ ਪੜ੍ਹਿਆ ਸੀਗਾ
ਨਵੰਬਰ 2020 ਦੇ ਵਿੱਚ ਸਾਊਦੀ ਅਰਬ ਵੱਲੋਂ G20 ਜਿਹੜੀ ਸਮਿਟ ਹੋਈ ਸੀ ਉਸ ਨੂੰ ਕੀ ਹੋਸਟ ਕੀਤਾ ਗਿਆ ਸੀਗਾ, ਤਾਂ ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਸਾਊਦੀ ਅਰਬ ਨਾਲ ਰਿਲੇਟਡ ਯਾਦ ਰੱਖਣਾ ਜਿਹੜੇ ਆਪਣੇ ਆਰਮੀ ਚੀਫ ਨੇ ਕੌਣ ਨੇਗੇ, ਮਨੋਜ ਮੁਕੁੰਦ ਨਿਰਮਾਣੇ ਸਾਹਿਬ ਨੇ। ਸਾਊਦੀ ਅਰਬ ਅਤੇ UAE ਕੰਟਰੀ ਦੀ ਯਾਤਰਾ 'ਤੇ ਜਾਣ ਵਾਲੇ ਪਹਿਲੇ ਭਾਰਤੀ ਆਰਮੀ ਚੀਫ ਹੋਏ ਸੀਗੇ, ਠੀਕ ਹੈ ਨਾ। ਔਰ ਜਦੋਂ ਇਹ ਯਾਤਰਾ 'ਤੇ ਗਏ ਸੀਗੇ ਤਾਂ ਸਾਊਦੀ ਅਰਬ ਵੱਲੋਂ ਮਨੋਜ ਮੁਕੁੰਦ ਨਿਰਮਾਣੇ ਸਾਹਿਬ ਨੂੰ ਗਾਰਡ ਆਫ ਓਨਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀਗਾ, ਠੀਕ ਹੈ ਨਾ। ਇਹ ਵੀ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਸਾਊਦੀ ਅਰਬ ਵੱਲੋਂ ਯਾਦ ਰੱਖ ਸਕਦੇ ਹੋ, ਸਾਊਦੀ ਅਰਬ ਨੇ ਹੁਣ ਇੱਕ ਅਨਾਊਂਸਮੈਂਟ ਕੀਤੀ ਹੈ ਅਤੇ ਕਿਹਾ ਵੀ 2021 ਦੀਆਂ ਜਿੰਨੀਆਂ ਵੀ ਫਾਰਮੂਲਾ 1 ਰੇਸਿਸ ਹੋਣਗੀਆਂ, ਠੀਕ ਹੈ ਨਾ, ਸਾਊਦੀ ਅਰਬ ਕਹਿੰਦਾ ਅਸੀਂ ਉਸ ਨੂੰ ਕੀ ਆ ਉਹਨਾਂ ਸਾਰੀਆਂ ਰੇਸਿਸ ਨੂੰ ਕੀ ਆ ਹੋਸਟ ਕਰਾਂਗੇ, ਉਹਦੀ ਮੇਜ਼ਬਾਨੀ ਕਰਾਂਗੇ, ਠੀਕ ਹੈ ਨਾ। ਤਾਂ ਤੁਸੀਂ ਇਹ ਵੀ ਨਾਲ ਧਿਆਨ ਵਿੱਚ ਰੱਖ ਸਕਦੇ ਹੋਗੇ। ਤਾਂ ਇੰਨੇ ਫੈਕਟ ਤੁਸੀਂ ਸਾਊਦੀ ਅਰਬ ਨਾਲ ਰਿਲੇਟਡ ਯਾਦ ਰੱਖਣੇ ਆ ਜੀ। ਸੋ ਸਾਰੇ ਹੀ ਇੰਪੋਰਟੈਂਟ ਨੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਇਨ ਵਿੱਚ ਸਟੇਟ ਵਾਜ ਦੀ ਚੈਰੀ ਬਲੂਸਮ ਮਾਓ ਫੈਸਟੀਵਲ ਹੈਲਡ। ਦੇਖੋ ਜੀ ਕਹਿੰਦੇ ਕਿਹੜੇ ਰਾਜ ਦੇ ਵਿੱਚ ਚੈਰੀ ਬਲੂਸਮ ਮਾਓ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀਗਾ। ਦੇਖੋ ਜਿਹੜਾ ਇਹ ਚੈਰੀ ਬਲੂਸਮ ਮਾਓ ਫੈਸਟੀਵਲ ਹੈ ਜੀ ਇਹ ਹੁਣ ਹੋਇਆ ਸੀਗਾ ਮਣੀਪੁਰ ਸਟੇਟ ਵਿੱਚ। ਆਪਸ਼ਨ ਨੰਬਰ B ਆਪਣਾ ਬਿਲਕੁਲ ਰਾਈਟ ਆਨਸਰ ਹੈ ਜੀ। ਸੋ ਧਿਆਨ ਵਿੱਚ ਰੱਖਣਾ ਇਹ ਫੈਸਟੀਵਲ ਚੈਰੀ ਬਲੂਸਮ ਮਾਓ ਫੈਸਟੀਵਲ ਮਣੀਪੁਰ ਦੇ ਵਿੱਚ ਹੁਣ ਹੋਇਆ ਸੀਗਾ। ਬਾਕੀ ਗੱਲ ਮਣੀਪੁਰ ਦੀ ਕਰ ਲੈਂਦੇ। ਮਣੀਪੁਰ ਦੀ ਕੈਪੀਟਲ ਯਾਦ ਰੱਖਣਾ ਜੀ ਇੰਫਾਲ ਇੱਥੋਂ ਦੀ ਕੈਪੀਟਲ ਹੈ। ਮਣੀਪੁਰ ਦੇ CM ਹੈਗੇ ਨੇ ਜੀ N ਬੀਰਨ ਸਿੰਘ ਔਰ ਮਣੀਪੁਰ ਦੀ ਗਵਰਨਰ ਹੈਗੀ ਨਜਮਾ ਹਿਪਤੁੱਲਾ, ਠੀਕ ਹੈ ਨਾ। ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਬਾਕੀ ਮਣੀਪੁਰ ਨਾਲ ਰਿਲੇਟਡ ਕੁਝ ਫੈਕਟ ਡਿਸਕਸ਼ਨ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਯਾਦ ਰੱਖਣਾ ਜੀ ਜਿਹੜੇ ਆਪਣੇ ਹੋਮ ਮਿਨਿਸਟਰ ਨੇ ਕੌਣ ਨੇ, ਅਮਿਤ ਸ਼ਾਹ ਹੈਗੇ ਨੇਗੇ। ਅਮਿਤ ਸ਼ਾਹ ਨੇ ਨਾ ਇੱਥੇ ਮਣੀਪੁਰ ਵਿੱਚ ਇੱਕ ਨਾ ਡੈਮ ਦਾ ਉਦਘਾਟਨ ਕੀਤਾ ਸੀ ਔਰ ਇਹ ਡੈਮ ਦਾ ਨਾਂ ਸੀ ਥੋਬਲ ਡੈਮ, ਠੀਕ ਹੈ ਨਾ। ਥੋਬਲ ਡੈਮ ਇਸ ਡੈਮ ਦਾ ਨਾਮ ਸੀਗਾ। ਕਈ ਵਾਰੀ ਕੁਐਸਚਨ ਵਿੱਚ ਆਪਾਂ ਨੂੰ ਆ ਸਕਦਾ ਪੇਪਰ ਵਿੱਚ ਥੋਬਲ ਡੈਮ ਕਿੱਥੇ ਹੈਗਾ, ਤਾਂ ਹਾਲ ਹੀ ਦੇ ਵਿੱਚ ਇਹਦਾ ਉਦਘਾਟਨ ਹੋਇਆ ਸੀ ਮਣੀਪੁਰ ਸਟੇਟ ਵਿੱਚ, ਠੀਕ ਹੈ ਨਾ। ਬਾਕੀ ਮਣੀਪੁਰ ਨੇ ਇੱਕ ਨਾ ਐਪਲੀਕੇਸ਼ਨ ਵੀ ਲਾਂਚ ਕੀਤਾ ਸੀ ਜਿਹਦਾ ਨਾਂ ਸੀ ਪੈਨਸ਼ਨ ਐਪਲੀਕੇਸ਼ਨ, ਤਾਂ ਇਹ ਐਪਲੀਕੇਸ਼ਨ ਮਣੀਪੁਰ ਦਾ ਗਾ, ਠੀਕ ਹੈ। ਔਰ ਮਣੀਪੁਰ ਨਾਲ ਰਿਲੇਟਡ ਨਾ 2 ਪਰਸਨ ਨੇਗੇ, ਯਾਦ ਰੱਖਣੇ ਨੇ ਨਾਮ। ਪਹਿਲੇ ਤਾਂ ਹੈਗੇ ਨੇ ਗਿਆਨੇਂਦਰੋ ਨਿਗੋਬਮ, ਕੌਣ ਨੇਗੇ ਇਹ, ਹਾਕੀ ਇੰਡੀਆ ਦੇ ਪ੍ਰੈਜ਼ੀਡੈਂਟ ਬਣੇ ਸੀਗੇ, ਠੀਕ ਹੈ ਨਾ। ਔਰ ਦੂਜੇ ਨੇ ਡਾਕਟਰ ਥੰਗਜਾਮ ਦਮਾਲੀ ਸਿੰਘ, ਕੌਣ ਨੇ ਜੀ ਇਹ, ਇਹਨਾਂ ਨੂੰ ਜਾਪਾਨ ਕੰਟਰੀ ਵੱਲੋਂ ਰੀਸੈਂਟ ਦੇ ਵਿੱਚ ਜਾਪਾਨ ਦਾ ਹਾਈਐਸਟ ਸਿਵੀਲੀਅਨ ਅਵਾਰਡ ਦਿੱਤਾ ਗਿਆ ਸੀ ਜਿਹਦਾ ਨਾਂ ਗਾ ਆਰਡਰ ਆਫ ਰਾਈਜ਼ਿੰਗ ਸਨ, ਠੀਕ ਹੈ ਨਾ। ਸੋ ਇਹਨਾਂ ਦਾ ਨਾਮ ਵੀ ਇੰਪੋਰਟੈਂਟ ਹੈ। ਬਾਕੀ ਮਣੀਪੁਰ ਦੇ ਵਿੱਚ ਨਾ ਇੱਕ ਲੇਕ ਹੈਗੀ ਲੋਕਟਕ ਲੇਕ। ਕਈ ਵਾਰੀ ਕੁਐਸਚਨ ਆ ਜਾਂਦਾ ਪੇਪਰਾਂ ਵਿੱਚ ਵੀ ਲੋਕਟਕ ਲੇਕ ਕਿੱਥੇ ਹੈਗੀ, ਤਾਂ ਮਣੀਪੁਰ ਦੇ ਵਿੱਚ ਹੈ। ਔਰ ਖਾਸ ਫੈਕਟ ਇਹ ਨਾਲ ਇਹ ਜੁੜਿਆ ਹੋਏਗਾ ਇੱਥੇ ਦੁਨੀਆ ਦਾ ਇੱਕੋ ਇੱਕ ਜਿਹੜਾ ਤੈਰਦਾ ਹੋਇਆ ਨੈਸ਼ਨਲ ਪਾਰਕ ਪਾਇਆ ਜਾਂਦਾ ਇਸ ਲੇਕ ਦੇ ਵਿੱਚ। ਔਰ ਉਸ ਨੈਸ਼ਨਲ ਪਾਰਕ ਦਾ ਨਾਂ ਗਾ ਕਾਬੁਲ ਲਮਜਾਓ ਨੈਸ਼ਨਲ ਪਾਰਕ, ਠੀਕ ਹੈ ਨਾ। ਤਾਂ ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਮਣੀਪੁਰ ਦੇ ਨਾ ਕਾਲੇ ਚੌਲਾਂ ਨੂੰ ਰੀਸੈਂਟ ਵਿੱਚ ਇੱਕ GI ਟੈਗ ਵੀ ਦਿੱਤਾ ਗਿਆ ਸੀ, ਨਾਲ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋਗੇ ਮਣੀਪੁਰ ਦੇ ਕਾਲੇ ਚੌਲਾਂ ਨੂੰ, ਠੀਕ ਹੈ ਨਾ। ਤਾਂ ਇੰਨੇ ਸਾਰੇ ਫੈਕਟ ਤੁਸੀਂ ਮਣੀਪੁਰ ਦੇ ਨਾਲ ਰਿਲੇਟਡ ਯਾਦ ਰੱਖਣੇ ਜੀ। ਸਾਰੇ ਹੀ ਇਹ ਫੈਕਟ ਜਿਹੜੇ ਇੰਪੋਰਟੈਂਟ ਹੈਗੇ ਨੇਗੇ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ ਹੁਣ ਆਪਾਂ। ਵਿਚ ਕੋਸਟਲ ਰਿਸਰਚ ਵਹੀਕਲ ਹੈਜ਼ ਬੀਨ ਲਾਂਚਡ ਬਾਏ ਡਾਕਟਰ ਹਰਸ਼ਵਰਧਨ। ਦੇਖੋ ਜੀ ਕਹਿੰਦੇ ਡਾਕਟਰ ਹਰਸ਼ਵਰਧਨ ਦੇ ਦੁਆਰਾ ਕਿਹੜਾ ਤੱਟ ਵਰਤੀ ਖੋਜ ਵਾਹਨ ਲਾਂਚ ਕੀਤਾ ਗਿਆ ਗਾ, ਤਾਂ ਇਸ ਵਹੀਕਲ ਨੂੰ ਹੁਣ ਲਾਂਚ ਕੀਤਾ ਗਿਆ ਡਾਕਟਰ ਹਰਸ਼ਵਰਧਨ ਦੁਆਰਾ। ਜਿਹਦਾ ਨਾਮ ਹੈਗਾ ਜੀ ਸਾਗਰ ਅਨਵਿਸ਼ਕਾ। ਆਪਸ਼ਨ ਨੰਬਰ C ਆਪਣਾ ਬਿਲਕੁਲ ਰਾਈਟ ਆਨਸਰ ਹੈ ਜੀ। ਬੇਸਿਕਲੀ ਅਗਰ ਆਪਾਂ ਗੱਲ ਕਰੀਏ ਇਸ ਵਹੀਕਲ ਬਾਰੇ ਤਾਂ ਇਹ ਜਿਹੜੇ ਆਪਣੇ ਭਾਰਤੀ ਵਿਗਿਆਨੀਆਂ ਨੇ, ਠੀਕ ਹੈ, ਡੂੰਘੇ ਸਮੁੰਦਰ ਅੰਦਰ ਆਪਣੀ ਕਿਸੇ ਵੀ ਤਰੀਕੇ ਦੀ ਖੋਜ ਕਰਨੀ ਹੈ ਤਾਂ ਉਹਨਾਂ ਵਾਸਤੇ ਇਸ ਨੂੰ ਕੀ ਹੁਣ ਲਾਂਚ ਕੀਤਾ ਗਿਆ ਔਰ ਇਹਦਾ ਨਾਂ ਗਾ ਸਾਗਰ ਅਨਵਿਸ਼ਕਾ। ਔਰ ਇਸ ਨੂੰ ਲਾਂਚ ਕਿੱਥੇ ਕੀਤਾ ਗਿਆ, ਚੇਨਈ ਦੀ ਬੰਦਰਗਾਹ ਦੇ ਉੱਤੇ ਇਸ ਨੂੰ ਲਾਂਚ ਕੀਤਾ ਗਿਆ ਗਾ, ਧਿਆਨ ਵਿੱਚ ਰੱਖਣਾ। ਔਰ ਅਗਰ ਆਪਾਂ ਗੱਲ ਕਰੀਏ ਸਾਗਰ ਅਨਵਿਸ਼ਕਾ ਨੂੰ ਤਿਆਰ ਕਿਸ ਨੇ ਕੀਤਾ ਗਾ, ਤਾਂ ਇਹ ਕਲਕੱਤਾ ਦੀ ਇੱਕ ਕੰਪਨੀ ਹੈਗੀ ਜਿਹਦਾ ਨਾਂ ਗਾ ਟੀਟਾਗੜ੍ਹ ਬੇਗਨ ਨਾਂ ਦੀ ਕੰਪਨੀ ਦੁਆਰਾ ਇਸ ਨੂੰ ਤਿਆਰ ਕੀਤਾ ਗਿਆ ਗਾ। ਅੱਛਾ, ਲਾਂਚ ਕਿਹਨੇ ਕੀਤਾ ਸੀਗਾ, ਡਾਕਟਰ ਹਰਸ਼ਵਰਧਨ ਦੇ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ। ਡਾਕਟਰ ਹਰਸ਼ਵਰਧਨ ਕੌਣ ਨੇ, ਵੈਸੇ ਇਹਨਾਂ ਕੋਲ 2-3 ਮਿਨਿਸਟਰੀਆਂ ਨੇ, ਕਿਹੜੀ ਯਾਦ ਰੱਖਣਾ, ਆਪਣੀ ਮਿਨਿਸਟਰੀ ਆਫ ਅਰਥ ਸਾਇੰਸ ਇਹਨਾਂ ਕੋਲੇ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਹੈ ਔਰ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੀ ਇਹਨਾਂ ਕੋਲ ਹੀ ਹੈ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਔਰ ਮੇਨਲੀ ਤੁਸੀਂ ਯਾਦ ਰੱਖਣਾ ਸਾਗਰ ਅਨਵਿਸ਼ਕਾ ਦਾ ਨਾਮ, ਠੀਕ ਹੈ ਨਾ, ਇਹ ਇੰਪੋਰਟੈਂਟ ਹੈ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੁਰੋਨ ਹੈਜ਼ ਰਿਲੀਜ਼ਡ ਦੀ ਲਿਸਟ ਆਫ ਟੌਪ 500 ਪਰਸਨਲ ਕੰਪਨੀਜ਼ ਵਿਚ ਕੰਪਨੀ ਟੌਪਡ ਇਨ ਦਿਸ ਲਿਸਟ। ਦੇਖੋ ਜੀ ਹੁਰੋਨ ਨੇ ਬਿਹਤਰੀਨ 500 ਨਿੱਜੀ ਕੰਪਨੀਆਂ ਦੀ ਸੂਚੀ ਨੂੰ ਜਾਰੀ ਕੀਤਾ ਗਾ। ਕਿਸ ਕੰਪਨੀ ਨੇ ਇਸ ਸੂਚੀ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਗਾ, ਤਾਂ ਇਸ ਸੂਚੀ ਦੇ ਵਿੱਚ ਹੁਰੋਨ ਦੀ ਸੂਚੀ ਦੇ ਵਿੱਚ ਸਭ ਤੋਂ ਜਿਹੜੀ ਟੌਪ 'ਤੇ ਕੰਪਨੀਆਂ ਦੁਨੀਆ ਦੀ ਉਹ ਹੈਗੀ ਹੈ ਜੀ ਐਪਲ ਕੰਪਨੀ, ਠੀਕ ਹੈ ਨਾ। ਐਪਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਸ ਲਿਸਟ ਵਿੱਚ ਲਗਭਗ 2100 ਬਿਲੀਅਨ ਡਾਲਰ ਦੀ ਅਗਰ ਆਪਾਂ ਗੱਲ ਕਰੀਏ ਪੂੰਜੀ ਦੇ ਨਾਲ ਇਹ ਟੌਪ 'ਤੇ ਹੈਗੀ ਹੈ ਕੰਪਨੀ ਇਸ ਲਿਸਟ ਵਿੱਚ। ਬਾਕੀ ਦੂਜੇ ਨੰਬਰ 'ਤੇ ਹੈਗੀ ਹੈ ਮਾਈਕਰੋਸੋਫਟ ਔਰ ਤੀਜੇ ਨੰਬਰ 'ਤੇ ਹੈ ਐਮਾਜ਼ੋਨ ਕੰਪਨੀ, ਠੀਕ ਹੈ ਨਾ। ਬਾਕੀ ਐਮਾਜ਼ੋਨ ਨਾਲ ਵੀ ਇੱਕ ਫੈਕਟ ਯਾਦ ਰੱਖ ਸਕਦੇ ਹੋ। ਦੇਖੋ ਐਮਾਜ਼ੋਨ ਦੇ ਮਾਲਕ ਕੌਣ ਨੇ, ਜੈਫ ਬੇਜੋਸ ਸਾਹਿਬ ਹੈਗੇ ਨੇਗੇ। ਜੈਫ ਬੇਜੋਸ ਸਾਹਿਬ ਪਹਿਲਾਂ ਤਾਂ ਦੇਖੋ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸੀਗੇ,
बट ये हुण दूजे नंबर के अमीर व्यक्ति बन चुके हैं और पहले नंबर के है इलोन मस्क, ठीक है ना, याद रखना इलोन मस्क पहले नंबर पर चले गए हैं हुण, तो इन्हां बारे भी याद रख सकते हो। बाकी गल एप्पल बारे कर लैंदे जी। सब तो पहले एप्पल कंपनी की स्थापना बारे याद रखना, स्थापना कदों हुई सी इहदी, तो याद रखना 1 अप्रैल 1976 ਨੂੰ एप्पल कंपनी की स्थापना हुई सी जी। और ਇਹਦਾ मुख्य दफ्तर कित्थे आ, कैलीफोर्निया USA ਦੇ ਵਿੱਚ ਇਹਦਾ ਕੀ मुख्य दफ्तर मौजूद है। और वैसे तो अगर आप गल करिए एप्पल कंपनी के फाउंडर्स की, 3 फाउंडर ने ਇਹਦੇ, पहले है स्टीव जॉब्स और दूजे है स्टीव वोजनिक और थर्ड है जी रोनाल्ड बैने, ठीक है ना। तो तिन्ना बारे याद रखने फाउंडर ने गे। और बाकी अगर आप गल करिए एट प्रेजेंट CEO कौन है एप्पल कंपनी ने, याद रखना टिम कुक, ठीक है ना। तो टिम कुक का नाम भी याद रखना। सो इन्ने फैक्ट याद रखने। बाकी हुरोन की लिस्ट में गल करिए, दुनिया की 500 कंपनियों चों सब तो टॉप ते हैगी है एप्पल कंपनी, ठीक है ना। सो नैक्सट क्वेश्चन बारे गल करते हैं जी। विच प्लेस डिड इंडियन जैगमिट डोलमा अचीव इन दी हुई डाका मैराथन 2021। देखो जी कहते हुई डाका मैराथन 2021 ਦੇ ਵਿੱਚ ਭਾਰਤੀ ਜੈਗਮਿਟ ਡੋਲਮਾ ਨੇ ਕਿਹੜੀ ਜਗ੍ਹਾ ਪ੍ਰਾਪਤ ਕੀਤੀ ਆ। ਤਾਂ ਇਹ ਮੈਰਾਥਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਆਪਣੀ ਭਾਰਤੀ ਪਲੇਅਰ ਸੀ ਜੈਗਮਿਟ ਡੋਲਮਾ, ਇਹਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨੇ ਚੌਥਾ ਸਥਾਨ ਪ੍ਰਾਪਤ ਕੀਤਾ ਗਾ ਵੂਮੈਨਸ ਦੇ ਵਿੱਚ, ਠੀਕ ਹੈ ਨਾ। ਬਾਕੀ ਜੈਗਮਿਟ ਡੋਲਮਾ ਦੀ ਗੱਲ ਕਰੀਏ ਤਾਂ ਲੱਦਾਖ ਪੁਲਿਸ ਦੇ ਵਿੱਚ SP ਹੈਗੀ, ਠੀਕ ਹੈ ਨਾ। और इस मैराथन ਦੇ इन्हां दा की चौथा नंबर आएगा। बाकी अगर आप ये मैराथन की गल करिए तो ये सब तो पहला मैनस कैटेगरी में गल करिए तो मरक्को के हेचम लकोई पहले नंबर पर रहे ने। और अगर आप इस मैराथन के वूमेंस कैटेगरी की गल करिए, वूमेंस टॉप पर रही है कीनिया की एंजिला जिम असंडे, ठीक है, एंजिला जिम असंडे पहले नंबर पर रही है। और वूमेंस के चौथे नंबर पर रही अपनी भारत की जैगमिट डोलमा जी कि लद्दाख पुलिस के हैगी। सो इन्हां नाम इंपोर्टेंट रहेगा, सो इन्हां नाम ध्यान में रखना। गल करते हैं नैक्सट क्वेश्चन बारे जी। विच कंट्रीज नेवी स्टार्टड दी सी बीगल 21st एक्सरसाइज। देखो जी कहने किहड़े देश की नेवी ने सी बीगल 21 अभ्यास नूं शुरू किया सीगा। तो यह अभ्यास नूं शुरू किया सी अपने भारतीय नेवी के द्वारा ही, ठीक है ना। इंडियन नेवी की एक एक्सरसाइज सीगी और जिहड़ा कि कल लास्ट डे हैगा सीगा, जानी कि अगर आप गल करिए तो 12 तो लैके 13 जनवरी 2 दिनों की एक एक्सरसाइज हैगी सी, नेवल ये एक्सरसाइज सीगी और अपनी इंडियन नेवी की ही एक्सरसाइज सी, ठीक है ना। बाकी अगर आप गल करिए नेवी बारे, देखो अपनी नेवी के जोड़े अपने हैड ने उन्होंने नाम पता होना चाहिए सूँ कि उन्होंने नाम करमवीर सिंह हैगा, ठीक है ना, याद रखना। बाकी इस तरीके अगर मैं गल करा अपने एयर मार्शल कौन ने, एयरफोर्स के हैड कौन ने, याद रखना राकेश कुमार भदौरिया है। और आर्मी चीफ भी सूँ पता होना चाहिए, आर्मी चीफ है मनोज मुकुंद नरमानी साहब, ठीक है ना। तो इन्होंने नाम सूँ पता होने चाहिए ने। सो इन्होंने नाम ध्यान में रखना। बाकी एक्सरसाइज सी बीगल 21, ठीक है ना। सो गल करते हैं नैक्सट क्वेश्चन बारे। विच स्टेट गवर्नमेंट है स्टार्टड दी यात्रा सारथी स्कीम। देखो जी कहने किहड़े राज सरकार ने हुण यात्रा सारथी स्कीम नूं शुरू किया गा। तो ये ध्यान में रखना जी, ये स्कीम है हुण ये असम सरकार ने इहनूं शुरू किया गा। बेसिकली अगर मैं गल करा भी यात्रा सारथी स्कीम के की होएगा, जिन्नियां असम दियां मतलब औरतां नेगियां और असम के जिन्ने भी बजुर्ग ने उन्हां वास्ते एक ना मुफ्त बस सेवा नूं शुरू किया गा असम सरकार ने। तो इस योजना ना गा यात्रा सारथी स्कीम और कित्थों दी है, असम की योजना की, ठीक है ना, ये याद रखना। बाकी असम बारे गलबात कर लैंदे। असम की कैपिटल याद रखना दिसपुर है कैपिटल। और असम के CM है सर्बानंद सोनोवाल और गवर्नर है जगदीश मुखी, ठीक है ना, तो ये याद रखना। बाकी असम बारे गल करिए, असम की एक योजना सी उरुनोडू योजना। उरुनोडू योजना असम की हैगी, कई बार आ जाता गा, याद रखना, ठीक है ना। और असम की एक योजना सी जी स्वयं योजना। स्वयं योजना नूं पहला बंद करता असम ने और दोबारे हुण शुरू किया इसनूं, ठीक है ना, याद रखना स्वयं योजना। वैसे स्वयं का पूरा नाम हैगा स्वामी विवेकानंद असम यूथ एम्पावरमेंट योजना, ठीक है ना। तो इसनूं दोबारे लागू किया असम सरकार ने। बाकी असम नाल रिलेटेड याद रख सकते हो, असम की एक लीची आ तेजपुर लीची। तेजपुर लीची नूं GI टैग दिता गया सी रीसेंट में, तो ये बारे याद रखना। बाकी असम बारे गल करिए, देखो इतना 2 शख्सियतां सी जिन्हां दी कि हाल ही में डैथ हुई सी, सो उन्होंने दोनों नाम इंपोर्टेंट बन गए। पहले तो याद रखना जी असम के तरुण गोगोई साहब से। तरुण गोगोई की मैं गल करा, असम के ना सब तो लंबे समय वास्ते मुख्यमंत्री रहे से व्यक्ति तरुण गोगोई, इन्हों का हाल ही में देहांत होया गा, तो इन्होंने नाम ध्यान में रखना पेगा। बाकी इस तरीके एक नाम से सैयदा अनवरा तैमूर, कौन सी असम की पहली महिला मुख्यमंत्री सी ये, ठीक है ना। और इन्हों का भी हाल ही में देहांत होया सी, सो इन्हों बारे भी तुसीं ध्यान में रख सकते होगे। बाकी जो भी असम बारे गल करते हैं, देखो असम के ना नैशनल पार्क मोस्ट इंपोर्टेंट ने अपने लिए।
ਨੈਸ਼ਨਲ ਪਾਰਕ ਦੀ ਮੈਂ ਗੱਲ ਕਰਾਂ ਤਾਂ असम ਦਾ ਇੱਕ ਨੈਸ਼ਨਲ ਪਾਰਕ ਆ ਕਾਜ਼ੀਰੰਗਾ ਨੈਸ਼ਨਲ ਪਾਰਕ। ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਸਿੰਗ ਵਾਲੇ ਗੈਂਡੇ ਲਈ ਫੇਮਸ ਹੈ, ਯਾਦ ਰੱਖਣਾ। ਔਰ ਇਸ ਤੋਂ ਇਲਾਵਾ ਮਾਨਸਾ ਨੈਸ਼ਨਲ ਪਾਰਕ ਵੀ ਇੱਥੇ ਪਾਇਆ ਜਾਂਦਾ ਗਾ। ਔਰ ਇਸ ਤੋਂ ਇਲਾਵਾ ਨਾਮੇਰੀ ਨੈਸ਼ਨਲ ਪਾਰਕ ਹੈ, ਦਿਬੜੂ ਸ਼ਿਕਵਾ ਨੈਸ਼ਨਲ ਪਾਰਕ ਹੈ, ਔਰ ਉਰੰਗ ਨੈਸ਼ਨਲ ਪਾਰਕ ਵੀ ਇੱਥੇ ਪਾਇਆ ਜਾਂਦਾ, ਠੀਕ ਹੈ ਨਾ। ਅਤੇ ਨੈਸ਼ਨਲ ਪਾਰਕ ਵੀ ਧਿਆਨ ਵਿੱਚ ਰੱਖਣੇ ਇੰਪੋਰਟੈਂਟ ਨੇ ਜੀ। ਬਾਕੀ ਗੱਲ ਦੇਖੋ, ਜਦੋਂ ਨੈਸ਼ਨਲ ਪਾਰਕ ਬਾਰੇ ਗੱਲ ਆਈ ਹੈ ਨਾ, ਤਾਂ ਤੁਹਾਨੂੰ ਇੱਕ ਫੈਕਟ ਹੋਰ ਦੱਸ ਦਾਂਗਾ। ਅਸਮ ਦੀ ਹੀ ਇੱਕ ਅਗਰ ਆਪਾਂ ਗੱਲ ਕਰੀਏ, ਪੋਬਾ ਰਿਜ਼ਰਵ ਫੋਰੈਸਟ ਹੈਗਾ ਗਾ ਇੱਕ, ਠੀਕ ਹੈ ਨਾ। ਔਰ ਇਸ ਨੂੰ ਕੀ ਆ ਹੁਣ ਵਾਈਲਡ ਲਾਈਫ ਸੈਂਚੁਰੀ ਵਿੱਚ ਕੀ ਅਪਗ੍ਰੇਡ ਕੀਤਾ ਜਾਏਗਾ, ਇਹਦੇ ਬਾਰੇ ਯਾਦ ਰੱਖਣਾ। ਔਰ ਇਸੇ ਤਰੀਕੇ ਨਾਲ ਅਸਮ ਦੇ ਹੀ ਇੱਕ ਦੇਂਗ ਪਟਕਾਈ ਵਾਈਲਡ ਲਾਈਫ ਸੈਂਚੁਰੀ ਹੈ, ਇਸ ਨੂੰ ਅਪਗ੍ਰੇਡ ਕੀਤਾ ਜਾਏਗਾ ਨੈਸ਼ਨਲ ਪਾਰਕ ਦੇ ਵਿੱਚ, ਠੀਕ ਹੈ ਨਾ। ਰਿਪੀਟ ਕਰ ਦਿੰਦਾ ਗਾ, ਪੋਬਾ ਰਿਜ਼ਰਵ ਫੋਰੈਸਟ ਨੂੰ ਤਾਂ ਅਪਗ੍ਰੇਡ ਕੀਤਾ ਜਾਏਗਾ ਵਾਈਲਡ ਲਾਈਫ ਸੈਂਚੁਰੀ ਵਿੱਚ, ਔਰ ਇੱਕ ਦੇਂਗ ਪਟਕਾਈ ਵਾਈਲਡ ਲਾਈਫ ਸੈਂਚੁਰੀ ਹੈ, ਇਸ ਨੂੰ ਅਪਗ੍ਰੇਡ ਕੀਤਾ ਜਾਏਗਾ ਇੱਕ ਨੈਸ਼ਨਲ ਪਾਰਕ ਦੇ ਵਿੱਚ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਯਾਦ ਰੱਖਣਾ, ਇਹ ਇੰਪੋਰਟੈਂਟ ਰਹਿਣਗੇ ਆਪਣੇ ਲਈ। ਤਾਂ ਇਹ ਸਾਰੀਆਂ ਨਿਊਜ਼ ਤੁਸੀਂ ਧਿਆਨ ਵਿੱਚ ਰੱਖਣੀਆਂ ਜੀ ਅਸਮ ਨਾਲ ਰਿਲੇਟਡ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਮੇਡ ਦੀ ਆਈਸ ਹੀਟਰ ਹੀਅਰਿੰਗ ਡਿਵਾਈਸ ਬੁਖਾਰੀ ਫॉर ਸੋਲਜਰਸ। ਦੇਖੋ ਜੀ, ਕਹਿੰਦੇ ਕਿਸ ਨੇ ਸਿਪਾਹੀਆਂ ਦੇ ਲਈ ਇੱਕ ਆਈਸ ਹੀਟਰ ਤਿਆਰ ਕੀਤਾ ਗਾ, ਔਰ ਜਿਹਦਾ ਨਾਂ ਗਾ ਹੀਅਰਿੰਗ ਡਿਵਾਈਸ, ਜਿਹਦਾ ਨਾਂ ਗਾ ਜੀ ਬੁਖਾਰੀ, ਠੀਕ ਹੈ ਨਾ, ਬੁਖਾਰੀ ਬਣਾਇਆ ਗਾ। ਤਾਂ ਇਹ ਜਿਹੜਾ ਬੁਖਾਰੀ ਡਿਵਾਈਸ ਹੈਗਾ, ਇਸ ਨੂੰ ਹੁਣ ਤਿਆਰ ਕੀਤਾ ਗਾ DRDO ਦੇ ਦੁਆਰਾ ਆਪਣੀ ਸੈਨਾ ਵਾਸਤੇ। ਬੇਸਿਕਲੀ ਜਿਹੜੇ ਆਪਣੇ ਸੈਨਿਕ ਦੇਖੋ ਉੱਚੀਆਂ ਪਹਾੜੀਆਂ 'ਤੇ ਆਪਣੀ ਦੇਸ਼ ਦੀ ਰੱਖਿਆ ਕਰਦੇ ਨੇ, ਤਾਂ ਉੱਥੇ ਕੀ ਅਕਸਰ ਠੰਡ ਹੁੰਦੀ ਹੈਗੀ, ਤਾਂ ਉਹਨਾਂ ਸੈਨਿਕਾਂ ਲਈ ਠੰਡ ਦੇ ਲਈ ਕੀ ਇਸ ਡਿਵਾਈਸ ਨੂੰ ਤਿਆਰ ਕੀਤਾ ਗਿਆ ਗਾ, ਔਰ ਜਿਹਦਾ ਨਾਂ ਗਾ ਬੁਖਾਰੀ। ਔਰ ਇਹ ਤਿਆਰ ਕੀਤਾ ਜੀ ਉਹਨੂੰ DRDO ਦੇ ਦੁਆਰਾ, ਠੀਕ ਹੈ ਨਾ। ਸੋ ਤੁਹਾਨੂੰ ਇਸ ਡਿਵਾਈਸ ਦਾ ਨਾਮ ਧਿਆਨ ਵਿੱਚ ਰੱਖਣਾ, ਔਰ ਕਿਸ ਨੇ ਇਹ ਤਿਆਰ ਕਰਕੇ ਦਿੱਤਾ ਗਾ, ਤਾਂ ਯਾਦ ਰੱਖਣਾ DRDO ਦੇ ਦੁਆਰਾ ਇਸ ਨੂੰ ਤਿਆਰ ਕੀਤਾ ਗਿਆ। ਅੱਛਾ, DRDO ਬਾਰੇ ਗੱਲ ਕਰੀਏ ਤਾਂ ਪੂਰਾ ਨਾਮ ਹੁੰਦਾ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਸਥਾਪਨਾ ਇਹਦੀ ਹੋਈ ਸੀ ਆਪਣੇ ਦੇਸ਼ ਵਿੱਚ ਸੰਨ 1958 ਦੇ ਵਿੱਚ, ਔਰ 1958 'ਚ ਵੈਸੇ ਨਾਸਾ ਦੀ ਵੀ ਸਥਾਪਨਾ ਹੋਈ ਸੀਗੀ। ਔਰ ਇਸ ਤੋਂ ਇਲਾਵਾ ਗੱਲ ਕਰੀਏ DRDO ਦੇ ਮੁੱਖ ਦਫ਼ਤਰ ਦੀ, ਨਵੀਂ ਦਿੱਲੀ ਵਿੱਚ ਹੈਗਾ ਗਾ, ਠੀਕ ਹੈ ਨਾ, ਯਾਦ ਰੱਖਣਾ। ਔਰ ਇਸ ਤੋਂ ਇਲਾਵਾ ਇਹਦੇ ਚੇਅਰਮੈਨ ਦਾ ਨਾਮ ਯਾਦ ਰੱਖ ਸਕਦੇ ਹੋ ਜੀ ਸਤੀਸ਼ ਰੈਡੀ ਸਾਹਿਬ ਦੇ ਚੇਅਰਮੈਨ ਨੇ। ਔਰ ਰੀਸੈਂਟ ਵਿੱਚ ਇਹਨਾਂ ਦਾ ਜਿਹੜਾ ਕਾਰਜਕਾਲ ਹੈ 2 ਸਾਲਾਂ ਵਾਸਤੇ ਵੀ ਵਧਾ ਦਿੱਤਾ ਗਿਆ, ਠੀਕ ਹੈ ਨਾ, ਤਾਂ ਵੀ ਇਹਨਾਂ ਦਾ ਨਾਮ ਧਿਆਨ ਵਿੱਚ ਰੱਖ ਸਕਦੇ ਹੋ। ਸੋ ਇਹ ਤੁਹਾਨੂੰ DRDO ਨਾਲ ਰਿਲੇਟਡ ਯਾਦ ਰੱਖਣੇ। ਅੱਛਾ, DRDO ਨੇ ਨਾ ਇੱਕ ਹੇਮੰਤ ਕੁਮਾਰ ਨੂੰ ਨਾ ਹੁਣ ਸਾਇੰਟਿਸਟ ਆਫ ਦੀ ਈਅਰ ਦਾ ਅਵਾਰਡ ਦਿੱਤਾ ਗਿਆ ਸੀ। ਤਾਂ DRDO ਦੁਆਰਾ ਇਹ ਅਵਾਰਡ ਦਿੱਤਾ ਗਿਆ ਸੀ ਹੇਮੰਤ ਕੁਮਾਰ ਨੂੰ। ਤਾਂ ਹੇਮੰਤ ਕੁਮਾਰ ਦਾ ਨਾਮ ਵੀ ਇੰਪੋਰਟੈਂਟ ਬਣਦਾ ਗਾ, ਠੀਕ ਹੈ ਨਾ। ਅਤੇ ਇਹ ਸਾਰੇ ਫੈਕਟ ਤੁਸੀਂ DRDO ਦੇ ਦੁਆਰਾ ਰਿਲੇਟਡ ਯਾਦ ਰੱਖ ਸਕਦੇ ਹੋਗੇ। ਸੋ ਗੱਲ ਕਰਦੇ ਜੀ ਹੁਣ ਆਪਣੇ ਅੱਜ ਦੇ ਅਭਿਆਸ ਕੁਐਸਚਨ ਬਾਰੇ। ਤਾਂ ਇਹਦਾ ਰਾਈਟ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਔਰ ਅਗਰ ਕਲਾਸ ਵਧੀਆ ਲੱਗੀ ਤਾਂ ਇੱਕ ਵਾਰੀ ਸ਼ੇਅਰ ਕਰ ਦੇਣਾ, ਔਰ ਲਾਈਕ ਵੀ ਕਰ ਦੇਣਾ, ਠੀਕ ਹੈ ਨਾ, ਆਪਣੇ ਆਪ ਹੀ। ਤਾਂ ਤੁਹਾਡੇ ਲਈ ਕੁਐਸਚਨ ਹੈ ਜੀ, ਹੂ ਵਾਜ਼ ਅਪਾਇੰਟਡ ਐਜ਼ ਦੀ US ਅਟਾਰਨੀ ਜਨਰਲ। ਦੇਖੋ ਜੀ, ਕਹਿੰਦੇ USA ਦੇ ਅਟਾਰਨੀ ਜਨਰਲ ਹੁਣ ਕਿਸ ਨੂੰ ਨਿਯੁਕਤ ਕੀਤਾ ਗਿਆ ਗਾ। ਤਾਂ ਰਾਈਟ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ, ਠੀਕ ਹੈ ਜੀ। ਸੋ ਦੋਸਤੋ, ਇਹ ਸੀ ਆਪਣੀਆਂ ਜਿੰਨੀਆਂ ਵੀ 13 ਤੇ 14 ਜਨਵਰੀ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਣਦੀਆਂ ਸੀਗੀਆਂ, ਸਾਰੀਆਂ ਬਿਲਕੁਲ ਪੰਜਾਬੀ ਵਿੱਚ ਆਪਾਂ ਨੇ ਡਿਸਕਸ਼ਨ ਕੀਤੀਆਂ ਨੇ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ ਜੀ। ਸੋ ਕਲਾਸ ਨੂੰ ਬਿਨਾਂ ਕਹੀ ਲਾਈਕ ਐਂਡ ਸ਼ੇਅਰ ਕਰ ਦੇਣਾ, ਠੀਕ ਹੈ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।